गुड मॉर्निंग स्टूडेंट्स। अपने सिलेबस का बेटा फर्स्ट चैप्टर वैल्यू ऑफ मनी। वैल्यू ऑफ मनी मीनस पैसे की कीमत। पहला वर्ड्स करांगे बेटे, प्रोसैसर, लिमिटेशंस, इंट्रीग, कंज्यूमरिस्ट, रिव्यू, ऑब्सेस्ड, फीचर, स्टोरीज, अल्टीमेट, इन्वेस्टिंग। हुण तुहाडे लिए सारे वर्ड्स बेटे बिल्कुल न्यू नेंगे, ठीक है, तो थोड़े टफ लगणगे। मीनिंग्स इन्हां दे जरूर दसूँगी बेटे, पर पहला आपां चैप्टर पढ़ांगे, क्योंकि जो चैप्टर पढ़ांगे तो उहदे नाल आपां नूं समझ आऊगी कि ये वर्ड्स दे मीनिंग्स की ने। लेट अस रीड द स्टोरी। वैल्यू ऑफ मनी। आई वॉज 14 वैन आई लर्नड द वैल्यू ऑफ मनी। कहना मैं 14 साल का सी जदों मैनू पैसे की कीमत पता लगी। I wanted to get myself a new computer, although there was nothing wrong with the computer I was already using. मैं नवा कंप्यूटर लेना चाहता सीगा, भावें कि जो कंप्यूटर मैं यूज़ कर रहा सी पुराना ਉਹਦੇ ਵਿੱਚ भी कुछ गलत नहीं सी, वो मेरा वधिया कंप्यूटर चल रहा सी। बट एकदम मैनू इदा होया कि मैं नवा कंप्यूटर लवां। इट वॉज समर ब्रेक, गर्मियां दी छुट्टियां सी। आई हैड बीन वॉचिंग अ लॉट ऑफ टैलीविजन। ਹੁਣ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਬੇਟੇ, ਸਾਰੇ ਬੱਚੇ ਹੀ ਟੀ ਵੀ ਦੇਖਦੇ ਨੇ। ਕਹਿੰਦਾ ਮੈਂ ਵੀ ਟੀ ਵੀ ਦੇਖ ਰਿਹਾ ਸੀ, ਬਹੁਤ ਜ਼ਿਆਦਾ ਟੀ ਵੀ ਦੇਖਦਾ ਸੀ। ਦੇਅਰ ਵਾਜ਼ ਦਿਸ ਵਨ ਐਡਵਰਟੀਜ਼ਮੈਂਟ ਦੈਟ ਵੁੱਡ ਪੌਪ ਅਪ ਔਨ ਸਕਰੀਨ ਆਲ ਦ ਟਾਈਮ। ਹੁਣ ਜਦੋਂ ਮੈਂ ਟੈਲੀਵਿਜ਼ਨ ਦੇਖਦਾ ਸੀ ਤਾਂ ਇੱਕ ਐਡਵਰਟੀਜ਼ਮੈਂਟ, ਇੱਕ ਮਸ਼ਹੂਰੀ, ਜਦੋਂ ਆਪਾਂ ਪ੍ਰੋਗਰਾਮ ਦੇਖਦੇ ਹਾਂ ਬੇਟੇ ਵਿੱਚ ਤੇ ਐਡਵਰਟਾਈਜ਼ਮੈਂਟਸ ਆ ਜਾਂਦੀਆਂ ਨੇਗੀਆਂ, ਉਹ ਸਕਰੀਨ 'ਤੇ ਬਾਰ-ਬਾਰ ਆ ਰਹੀ ਸੀ। ਇਟ ਵਾਜ਼ ਫॉर ਦ ਲੇਟੈਸਟ ਬੈਲ ਕੰਪਿਊਟਰ। ਅਤੇ ਇਹ ਐਡਵਰਟੀਜ਼ਮੈਂਟ ਸੀ ਬੇਟੇ ਬੈਲ ਕੰਪਨੀ ਦੇ ਕੰਪਿਊਟਰ ਦੀ। ਇਟ ਹੈਡ ਦ ਫਾਸਟੈਸਟ ਪ੍ਰੋਸੈਸਰ। ਤਾਂ ਇਸ ਕੰਪਿਊਟਰ ਦੀ ਜੋ ਐਡ ਆਉਂਦੀ ਸੀ ਟੀ ਵੀ ਦੇ ਉੱਪਰ, ਉਹਦੇ ਵਿੱਚ ਕੀ ਦੱਸਿਆ ਜਾਂਦਾ ਸੀ ਕਿ ਇਹਦਾ ਜਿਹੜਾ ਪ੍ਰੋਸੈਸਰ ਹੈ ਉਹ ਫਾਸਟੈਸਟ ਹੈ, ਸਭ ਤੋਂ ਜ਼ਿਆਦਾ ਤੇਜ਼ ਹੈ। ਤਾਂ ਪ੍ਰੋਸੈਸਰ ਹੁੰਦਾ ਹੈਗਾ ਬੇਟੇ ਜੋ ਕੰਪਿਊਟਰ ਦੇ ਅੰਦਰ ਆਪਾਂ ਇਹ ਕਹੀਏ ਕਿ ਹਰ ਇੱਕ ਪ੍ਰੋਸੈਸ, ਜਿਵੇਂ ਤੁਹਾਨੂੰ ਪਤਾ ਹੈਗਾ ਤੁਸੀਂ ਪੇਂਟ ਕਰਦੇ ਹੋ, ਕੁਛ MS ਵਰਡ ਦੇ ਵਿੱਚ ਟਾਈਪ ਕਰ ਰਹੇ ਹੋ ਤਾਂ ਪ੍ਰੋਸੈਸਿੰਗ ਹੁੰਦੀ ਹੈਗੀ, ਠੀਕ ਹੈ। ਤਾਂ ਇਹ ਜਿਹੜਾ ਸੀ ਪ੍ਰੋਸੈਸਰ ਇਹਦੇ ਵਿੱਚ ਫਾਸਟੈਸਟ ਸੀਗਾ। ਅਨਬਲੀਵੇਬਲੀ ਹਾਈ ਸਟੋਰੇਜ, ਅਤੇ ਇਹਦੇ ਵਿੱਚ ਸਟੋਰੇਜ ਕਪੈਸਿਟੀ ਵੀ ਬਹੁਤ ਜ਼ਿਆਦਾ ਸੀ। ਜਿੱਦਾਂ ਮੋਬਾਈਲ ਫੋਨ ਯੂਜ਼ ਕਰਦੇ ਹੋਗੇ, ਠੀਕ ਹੈ, ਉਹਦੀ ਸਟੋਰੇਜ ਹੁੰਦੀ ਹੈਗੀ 4 GB 6 GB 8 GB, ਉੱਦਾਂ ਹੀ ਬੇਟੇ ਕੰਪਿਊਟਰ ਦੀ ਵੀ ਸਟੋਰੇਜ ਹੁੰਦੀ ਹੈਗੀ। ਅਮੰਗ ਮੈਨੀ ਅਦਰ ਨਿਊ ਫੀਚਰਸ, ਹੋਰ ਵੀ ਬਹੁਤ ਸਾਰੇ ਨਵੇਂ ਫੀਚਰਸ ਇਸ ਕੰਪਿਊਟਰ 'ਚ ਸੀ। ਐਵਰੀ ਟਾਈਮ ਆਈ ਸੌ ਇਟ ਆਈ ਵॉज ਇੰਟਰੀਗਡ। ਜਿੰਨੀ ਵਾਰੀ ਵੀ ਮੈਂ ਇਸ ਐਡ ਨੂੰ ਦੇਖਦਾ ਮੈਂ ਇਹਦੇ ਵੱਲ ਖਿੱਚਿਆ ਜਾ ਰਿਹਾ ਸੀ। ਇੰਟਰੀਗਡ ਹੁੰਦਾ ਬੇਟਾ ਕਿਸੇ ਚੀਜ਼ ਦੇ ਵਿੱਚ ਫਸ ਜਾਣਾ, ਜਦੋਂ ਆਪਾਂ ਹੋਰ ਕੁਝ ਸੋਚੀਏ ਹੀ ਨਾ, ਆਪਾਂ ਸਿਰਫ ਇੱਕੋ ਹੀ ਚੀਜ਼ ਦੇ ਬਾਰੇ 'ਚ ਸੋਚਦੇ ਰਹੀਏ। I would go online and watch people reviewing the computer just to find out more about its features. मैं ऑनलाइन सर्च करनी शुरू कर दिंदा, लोगों के रिव्यूज़ देखदा कि इस कंप्यूटर के बारे ਜਾਂ ਇਹਦੇ फीचर्स के बारे होर की पता कर सकदा। I would read articles about its features in tech magazines। ਤੇ ਇਹਦੇ ਆਰਟੀਕਲਸ ਪੜ੍ਹਦਾ ਇਹਦੇ ਫੀਚਰਸ ਦੇ ਬਾਰੇ 'ਚ ਟੈਕ ਮੈਗਜ਼ੀਨਸ ਦੇ ਵਿੱਚ, ਜੋ ਮੈਗਜ਼ੀਨ ਬੇਟੇ ਟੈਕਨੋਲੋਜੀ ਦੇ ਨਾਲ ਰਿਲੇਟਡ ਹੁੰਦੇ ਨੇਗੇ ਉਹਨਾਂ ਨੂੰ ਟੈਕ ਮੈਗਜ਼ੀਨਸ ਕਿਹਾ ਜਾਂਦਾ। ਇਟ ਅਪੀਅਰ ਟੂ ਬੀ ਐਨ ਅਲਟੀਮੇਟ ਕੰਪਿਊਟਰ ਵੇਅਰ ਦ ਲਿਮਿਟੇਸ਼ਨਸ ਆਫ ਮਾਈ ਓਨ ਕੰਪਿਊਟਰ ਮੇਡ ਮੀ ਅਨਹੈਪੀ। ਤਾਂ ਮੈਨੂੰ ਲੱਗਦਾ ਸੀਗਾ ਕਿ ਇਹੀ ਕੰਪਿਊਟਰ ਅਲਟੀਮੇਟ ਹੈ, ਅਲਟੀਮੇਟ ਬੇਟੇ ਅਵਲ ਦਰਜੇ ਦਾ। ਜਦੋਂ ਕਿ ਮੇਰਾ ਆਪਣਾ ਕੰਪਿਊਟਰ ਦੀਆਂ ਕੁਝ ਲਿਮਿਟੇਸ਼ਨ ਸੀ, ਜਿੱਦਾਂ ਉਹਦੀ ਸਟੋਰੇਜ ਕਪੈਸਿਟੀ ਘੱਟ ਸੀ, ਉਹਦਾ ਪ੍ਰੋਸੈਸਰ ਥੋੜ੍ਹਾ ਸਲੋ ਸੀ, ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਆਪਣੇ ਕੰਪਿਊਟਰ ਦੇ ਨਾਲ ਖੁਸ਼ ਨਹੀਂ ਹੈਗਾ। ਬਟ ਮਾਈ ਪੇਰੈਂਟਸ ਰਿਫਿਊਜ਼ ਟੂ ਬਾਈ ਮੀ ਦਾ ਕੰਪਿਊਟਰ ਵੈਨ ਆਈ ਆਸਕ ਦੈਮ ਅਬਾਊਟ ਇਟ। ਹੁਣ ਬੇਟੇ ਕੋਈ ਚੀਜ਼ ਲੈਣੀ ਹੈ ਤਾਂ ਆਪਾਂ ਪੇਰੈਂਟਸ ਨੂੰ ਹੀ ਕਹਿੰਦੇ ਹਾਂ। ਮੈਂ ਵੀ ਆਪਣੇ ਪੇਰੈਂਟਸ ਨੂੰ ਕਿਹਾ ਅਤੇ ਉਹਨਾਂ ਨੇ ਮੈਨੂੰ ਇਨਕਾਰ ਕਰ ਦਿੱਤਾ, ਰਿਫਿਊਜ਼ ਕਰ ਦਿੱਤਾ। ਰਿਫਿਊਜ਼ ਬੇਟੇ ਮਨਾ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਨਵਾਂ ਕੰਪਿਊਟਰ ਲੈ ਕੇ ਦਿਓ, ਉਹ ਮੈਨੂੰ ਰਿਫਿਊਜ਼ ਕਰ ਗਏ। ਲੁਕਿੰਗ ਬੈਕ ਨਾਓ ਆਈ ਪ੍ਰੋਬੇਬਲੀ ਡਿਡ ਨਾਟ ਈਵਨ ਨੀਡ ਆਲ ਦੋਜ਼ ਐਕਸਟਰਾ ਫੀਚਰਸ। ਹੁਣ ਜਦੋਂ ਮੈਂ ਸੋਚਦਾ ਉਸ ਟਾਈਮ ਦੇ ਬਾਰੇ 'ਚ ਤਾਂ ਮੈਨੂੰ ਲੱਗਦਾ ਹੈਗਾ ਕਿ ਮੈਨੂੰ ਉਹਨਾਂ ਨਵੇਂ ਫੀਚਰਸ ਦੀ ਕੋਈ ਲੋੜ ਤਾਂ ਹੈ ਨਹੀਂ ਸੀ। ਆਈ ਕੁਡ ਡੂ ਐਵਰੀਥਿੰਗ ਵੈਨ ਆਈ ਵਾਂਟਡ ਟੂ ਡੂ ਔਨ ਮਾਈ ਓਨ ਕੰਪਿਊਟਰ ਵਿਦਾਊਟ ਰਨਿੰਗ ਇਨ ਟੂ ਐਨੀ ਇਸ਼ੂਜ਼। ਕਿਉਂਕਿ ਜਿਹੜਾ ਮੇਰੇ ਕੋਲ ਕੰਪਿਊਟਰ ਸੀ, ਜਿੰਨਾ ਕੰਮ ਮੈਂ ਕਰਨਾ ਸੀ ਮੈਂ ਬੜੇ ਆਰਾਮ ਨਾਲ ਉਸ ਕੰਪਿਊਟਰ 'ਤੇ ਕਰ ਸਕਦਾ ਸੀ, ਬਿਨਾਂ ਕਿਸੇ ਇਸ਼ੂ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ। ਬਟ ਦ ਕੰਜ਼ਿਊਮਰਿਸਟ ਇਨ ਮੀ ਸੀਮ ਟੂ ਥਿੰਕ ਅਦਰਵਾਈਜ਼। ਕੰਜ਼ਿਊਮਰਿਸਟ ਹੁੰਦਾ ਹੈਗਾ ਬੇਟੇ ਗਾਹਕ,
ਠੀਕ ਹੈ। ਕੰਜ਼ਿਊਮਰ ਹੁੰਦਾ ਹੈਗਾ, ਜਿੱਦਾਂ ਆਪਾਂ ਦੁਕਾਨ ਦੇ ਉੱਪਰ ਕੁਛ ਲੈਣ ਜਾਂਦੇ ਹਾਂ ਬੇਟੇ, ਸ਼ੌਪਕੀਪਰ ਆਪਾਂ ਨੂੰ ਵੇਚਦਾ, ਆਪਾਂ ਉਹ ਚੀਜ਼ ਲੈਂਦੇ ਹਾਂ। ਜਿਹੜਾ ਬੰਦਾ ਚੀਜ਼ ਨੂੰ ਲੈਂਦਾ ਉਹ ਕੰਜ਼ਿਊਮਰ ਹੁੰਦਾ ਹੈਗਾ, ਠੀਕ ਹੈ। ਪਰ ਮੇਰੇ ਅੰਦਰ ਇੱਕ ਗਾਹਕ ਬੈਠ ਚੁੱਕਿਆ ਸੀ ਅਤੇ ਉਹ ਹੋਰ ਤਰੀਕੇ ਨਾਲ ਸੋਚ ਰਿਹਾ ਸੀ। After a while, my parents noticed how obsessed I was with this new computer, so they decided to give me a chance to earn it. ਥੋੜ੍ਹੇ ਸਮੇਂ ਬਾਅਦ ਮੇਰੇ ਪੈਰੈਂਟਸ ਨੇ ਦੇਖਿਆ ਕਿ ਮੈਂ ਇਸ ਨਵੇਂ ਕੰਪਿਊਟਰ ਨੂੰ ਲੈ ਕੇ ਕਿੰਨਾ ਜ਼ਿਆਦਾ ਅਬਸੈਸਡ ਹੁੰਦਾ ਹੈਗਾ ਬੇਟੇ, ਕਿਸੇ ਚੀਜ਼ ਦੀ ਜ਼ਰੂਰਤ ਤੋਂ ਜ਼ਿਆਦਾ ਜ਼ਰੂਰਤ ਮਹਿਸੂਸ ਕਰਨੀ, ਕਿਸੇ ਚੀਜ਼ ਦੇ ਨੂੰ ਲੈ ਕੇ ਬਿਲਕੁਲ ਪਾਗਲ ਹੀ ਹੋ ਜਾਣਾ ਕਿ ਮੈਂ ਇਹ ਚੀਜ਼ ਲੈ ਕੇ ਹੀ ਰਹਿਣੀ ਹੈ। ਦੈਟ ਥਿੰਗ ਇਜ਼ ਕਾਲਡ ਬੇਟਾ ਓਬਸੈਸ਼ਨ। ਸੋ ਦੇ ਡਿਸਾਈਡਡ ਟੂ ਗਿਵ ਮੀ ਅ ਚਾਂਸ ਟੂ ਅਰਨ ਇਟ। ਮੇਰੇ ਪੈਰੈਂਟਸ ਨੇ ਫੈਸਲਾ ਕੀਤਾ ਕਿ ਉਹ ਮੈਨੂੰ ਮੌਕਾ ਦੇਣਗੇ ਅਰਨਿੰਗ ਕਰਨ ਦਾ, ਕਮਾਉਣ ਦਾ, ਠੀਕ ਹੈ। ਪੈਸੇ ਕਮਾ ਲੈ, ਪੈਸੇ ਕਮਾ ਕੇ ਆਪਣੇ ਆਪ ਕੰਪਿਊਟਰ ਲੈ ਲੈ। ਦੇ ਟੋਲਡ ਮੀ ਇਫ ਆਈ ਸਟਾਰਟਡ ਡੂਇੰਗ ਹਾਊਸ ਚੋਰਸ ਦੇ ਵੁੱਡ ਗਿਵ ਮੀ ਮਨੀ ਫॉर ਇਟ। ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ, ਸਮਰ ਬ੍ਰੇਕ ਹੈ, ਸਾਰਾ ਦਿਨ ਤੂੰ ਘਰ ਹੁੰਦਾ ਹੈਗਾ, ਘਰ ਦੇ ਕੰਮ ਕਰਨੇ ਸ਼ੁਰੂ ਕਰ। ਹਾਊਸ ਚੋਰਸ ਬੇਟਾ ਘਰ ਦੇ ਕੰਮ, ਜਿੱਦਾਂ ਘਰ ਦੀ ਸਫਾਈ ਕਰਨੀ, ਕੱਪੜੇ ਧੋਣੇ, ਭਾਂਡੇ ਮਾਂਜਣੇ, ਇਹਨਾਂ ਨੂੰ ਹਾਊਸ ਚੋਰਸ ਕਿਹਾ ਜਾਂਦਾ ਹੈਗਾ। ਦੇ ਵੁੱਡ ਗਿਵ ਮੀ ਮਨੀ, ਕਹਿੰਦੇ ਅੱਜ ਤੂੰ ਕੰਮ ਕਰ, ਤੈਨੂੰ ਕੰਮ ਦੇ ਲਈ ਅਸੀਂ ਪੈਸੇ ਦੇਵਾਂਗੇ। ਐਂਡ ਆਈ ਕੁਡ ਸੇਵ ਅਪ ਅੰਟਿਲ ਆਈ ਹੈਡ ਇਨਫ ਟੂ ਬਾਈ ਦਾ ਕੰਪਿਊਟਰ ਔਨ ਮਾਈ ਓਨ। ਅਤੇ ਤੂੰ ਇਹ ਪੈਸੇ ਬਚਾ ਜਿੰਨਾ ਚਿਰ ਕੇ ਕੰਪਿਊਟਰ ਖਰੀਦਣ ਦੇ ਲਈ ਤੇਰੇ ਕੋਲ ਵਾਹਵਾ ਪੈਸੇ ਨਹੀਂ ਹੋ ਜਾਂਦੇ। ਇਟ ਸੀਮਡ ਲਾਈਕ ਅ ਗੁੱਡ ਆਈਡੀਆ। ਮੈਨੂੰ ਉਹਦਾ ਆਈਡੀਆ ਬੜਾ ਪਸੰਦ ਆਇਆ। ਆਈ ਜੰਪਡ ਐਟ ਦ ਅਪਰਚੁਨਿਟੀ। ਮੈਂ ਇਸ ਮੌਕੇ ਨੂੰ ਪਾ ਕੇ ਖੁਸ਼ ਹੋ ਗਿਆ। The very next day I started waking up early to make extra time to be able to do more chores. ਅਗਲੇ ਦਿਨ ਤੋਂ ਮੈਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਤਾਂ ਕਿ ਮੇਰੇ ਕੋਲ ਵਾਧੂ ਟਾਈਮ ਹੋਵੇ ਘਰ ਦੇ ਵੱਧ ਤੋਂ ਵੱਧ ਕੰਮ ਕਰਨ ਦੇ, ਕਿਉਂਕਿ ਘਰ ਦੇ ਕੰਮ ਕਰਾਂਗਾ ਪੈਸੇ ਮਿਲਣਗੇ, ਪੈਸੇ ਇਕੱਠੇ ਕਰਾਂਗਾ ਅਤੇ ਕੰਪਿਊਟਰ ਲਵਾਂਗਾ। ਆਈ ਵੁੱਡ ਡੂ ਦਾ ਡਿਸ਼ਿਜ਼ 3 times a day। ਦਿਨ ਦੇ ਵਿੱਚ 3 ਵਾਰੀ ਤਾਂ ਮੈਂ ਭਾਂਡੇ ਮਾਂਜਦਾ। ਟੇਕ ਦਾ ਗਾਰਬੇਜ ਆਊਟ, ਘਰ ਦਾ ਕੂੜਾ ਬਾਹਰ ਕੱਢ ਕੇ ਜਾਂਦਾ। ਮੋਅ ਦਾ ਲੋਨ ਫॉर ਦ ਔਨ ਦ ਵੀਕਐਂਡਸ, ਵੀਕਐਂਡ 'ਤੇ ਸੈਟਰਡੇ ਸੰਡੇ ਨੂੰ ਪੂਰੇ ਲੌਨ ਦੀ ਕਟਾਈ ਕਰਦਾ, ਘਾਹ ਦੀ ਕਟਾਈ ਕਰਦਾ। ਕਲੀਨ ਦਾ ਹੋਲ ਹਾਊਸ, ਸਾਰੇ ਘਰ ਨੂੰ ਸਾਫ਼ ਕਰਦਾ। ਵਾਸ਼ ਦਾ ਕਾਰ ਵੈਨ ਐਵਰ ਨੀਡਡ, ਜਦੋਂ ਵੀ ਲੋੜ ਪੈਂਦੀ ਕਾਰ ਨੂੰ ਵੀ ਧੋ ਦਿੰਦਾ। ਆਈ ਵਾਜ਼ ਵਰਕਿੰਗ ਟਾਇਰਲੈਸਲੀ ਐਵਰੀ ਡੇ। ਮੈਂ ਬਿਨਾਂ ਥੱਕੇ ਹਰ ਰੋਜ਼ ਪੂਰਾ ਕੰਮ ਕਰ ਰਿਹਾ ਸੀ। ਅੰਟਿਲ ਮਾਈ ਹੋਲ ਬੋਡੀ ਵਾਜ਼ ਸੋਰ ਜਸਟ ਟੂ ਵੇਕ ਅਪ ਦ ਨੈਕਸਟ ਡੇ। ਮੈਂ ਇੰਨਾ ਥੱਕ ਜਾਂਦਾ ਸੀ ਕਿ ਅਗਲੇ ਦਿਨ ਮੈਥੋਂ ਉੱਠਿਆ ਨਹੀਂ ਸੀ ਜਾਂਦਾ। ਐਂਡ ਡੂ ਇਟ ਅਗੇਨ, ਔਰ ਮੇਰੀ ਹਿੰਮਤ ਨਹੀਂ ਸੀ ਹੁੰਦੀ ਕਿ ਅਗਲੇ ਦਿਨ ਫਿਰ ਉੱਠ ਕੇ ਕੰਮ ਕਰਾਂ। ਇਵੈਂਚੁਅਲੀ ਆਈ ਗੋਟ ਯੂਜ਼ ਟੂ ਇਟ ਬਿਕੇਮ ਈਜ਼ੀਅਰ। ਇਵੈਂਚੁਅਲੀ, ਬਟ ਹੌਲੀ ਹੌਲੀ ਕੀ ਹੋਇਆ, ਮੈਨੂੰ ਕੰਮ ਦੀ ਆਦਤ ਪੈ ਗਈ ਅਤੇ ਇਹ ਮੇਰੇ ਲਈ ਸੌਖਾ ਹੋ ਗਿਆ। I also got more efficient at it and soon I was doing everything a lot quicker। ਹੌਲੀ ਹੌਲੀ ਸਾਰੇ ਕੰਮ ਦੇ ਵਿੱਚ ਮੇਰੀ ਐਫੀਸ਼ੀਐਂਸੀ ਹੋ ਗਈ। ਐਫੀਸ਼ੀਐਂਟ ਹੁੰਦਾ ਹੈਗਾ ਬੇਟੇ ਨਿਪੁੰਨ ਹੋ ਜਾਣਾ, ਕੰਮ 'ਚ ਮੈਂ ਨਿਪੁੰਨ ਹੋ ਗਿਆ। ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ, ਔਰ ਮੈਂ ਹੁਣ ਥੋੜ੍ਹਾ ਜਿਹਾ ਤੇਜ਼ੀ ਨਾਲ ਕੰਮ ਕਰ ਰਿਹਾ ਸੀ। ਐਜ਼ ਆਈ ਗੋਟ ਕੁਇਕਰ ਆਈ ਸਟਾਰਟਡ ਹੈਵਿੰਗ ਮੋਰ ਫਰੀ ਟਾਈਮ, ਡਿਡਨਟ ਰੀਅਲੀ ਨੋ ਵਾਟ ਟੂ ਡੂ ਵਿਦ ਇਟ। ਹੁਣ ਜਦੋਂ ਮੈਂ ਕੰਮ ਫਟਾਫਟ ਕਰਨ ਲੱਗ ਪਿਆ, ਹੁਣ ਮੇਰੇ ਕੋਲ ਫਰੀ ਟਾਈਮ ਵੀ ਜ਼ਿਆਦਾ ਹੁੰਦਾ ਸੀਗਾ। ਹੁਣ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫਰੀ ਟਾਈਮ ਦੇ ਵਿੱਚ ਮੈਂ ਕੀ ਕਰਾਂ। ਪਲੀਜ਼ ਡੈਡ, ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ। ਔਰ ਫਿਰ ਮੈਂ ਡੈਡੀ ਨੂੰ ਕਿਹਾ ਕਿ ਡੈਡ ਦੱਸੋ ਕੋਈ ਹੋਰ ਕੰਮ ਹੈ ਜਿਸ 'ਚ ਮੈਂ ਤੁਹਾਡੀ ਹੈਲਪ ਕਰਾਂ। ਆਮ ਵਿਲਿੰਗ ਟੂ ਡੂ ਐਨੀਥਿੰਗ, ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਜਸਟ ਲੇ ਇਟ ਔਨ ਮੀ, ਮੇਰੇ 'ਤੇ ਯਕੀਨ ਕਰੋ। ਗਿਵ ਮੀ ਮੋਰ ਚੋਰਸ, ਮੈਨੂੰ ਹੋਰ ਕੰਮ ਦਿਓ। ਆਈ ਰਿਮੈਂਬਰ ਪਲੀਡਿੰਗ ਵਿਦ ਡੈਡ। ਮੈਨੂੰ ਯਾਦ ਹੈ ਕਿ ਮੈਂ ਆਪਦੇ ਡੈਡੀ ਨੂੰ ਬੇਨਤੀ ਕਰ ਰਿਹਾ ਸੀ। ਆਈ ਵਾਜ਼ ਅਬਸੈਸਡ, ਮੈਂ ਤਾਂ ਪਾਗਲ ਹੋ ਚੁੱਕਿਆ ਸੀ, ਯਾਨੀ ਕਿ ਕੰਮ ਨੂੰ ਲੈ ਕੇ, ਜਾਂ ਕੰਮ ਨੂੰ ਕਿਉਂ ਲੈ ਕੇ, ਕਿਉਂਕਿ ਕੰਮ ਦੇ ਵਿੱਚੋਂ ਮੈਨੂੰ ਪੈਸੇ ਮਿਲ ਰਹੇ ਸੀ। ਐਨੀ ਫਰੀ ਟਾਈਮ ਆਈ ਹੈਡ ਆਈ ਵਾਂਟਡ ਟੂ ਫਿਲ ਇਟ ਵਿਦ ਮੋਰ ਵਰਕ ਐਂਡ ਮੋਰ ਮਨੀ। ਹੁਣ ਮੈਂ ਫਰੀ ਨਹੀਂ ਸੀ ਬੈਠਣਾ ਚਾਹੁੰਦਾ, ਮੈਨੂੰ ਲੱਗਦਾ ਸੀਗਾ ਹੋਰ ਕੰਮ ਕਰਾਂ, ਹੋਰ ਕੰਮ ਕਰਾਂ ਅਤੇ ਹੋਰ ਪੈਸੇ ਕਮਾਵਾਂ। ਸਿੰਸ ਦ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ, ਹੁਣ ਕਿਉਂਕਿ ਸਮਰ ਬ੍ਰੇਕ ਬੇਟੇ ਠੀਕ ਹੈ 30 days ਦੀ 40 days ਦੀ ਉਹਦੀ ਇੱਕ ਲਿਮਿਟੇਸ਼ਨ ਹੁੰਦੀ ਹੈ। ਸਮਰ ਬ੍ਰੇਕ ਖਤਮ ਹੋਣ ਵਾਲੀ ਸੀ। ਆਈ ਨਿਊ ਆਈ ਵੁੱਡ ਹੈਵ ਲੈਸ ਟਾਈਮ ਵੰਸ ਆਈ ਸਟਾਰਟਡ ਗੋਇੰਗ ਟੂ ਸਕੂਲ ਅਗੇਨ। ਮੈਨੂੰ ਪਤਾ ਸੀਗਾ ਜਦੋਂ ਸਕੂਲ ਜਾਣਾ ਸ਼ੁਰੂ ਕਰਤਾ ਫਿਰ ਮੇਰੇ ਕੋਲ ਟਾਈਮ ਘੱਟ ਹੋਇਆ ਕਰੂਗਾ। ਸੋ ਆਈ ਵਾਂਟਡ ਟੂ ਵਰਕ ਐਜ਼ ਮਚ ਐਜ਼ ਪੋਸੀਬਲ ਡਿਊਰਿੰਗ ਦ ਬ੍ਰੇਕ। ਇਸ ਲਈ ਮੈਂ ਚਾਹੁੰਦਾ ਸੀਗਾ ਕਿ ਜਿੰਨੇ ਦਿਨ ਛੁੱਟੀਆਂ ਨੇਗੀਆਂ ਮੈਕਸੀਮਮ ਕੰਮ ਕਰਾਂ। ਇਟ ਟੁੱਕ ਮੀ ਆ ਫਿਊ ਮੰਥਸ ਬਟ ਆਈ ਇਵੈਂਚੁਅਲੀ ਸੇਵਡ ਅਪ ਇਨਫ ਟੂ ਬਾਈ ਮਾਈ ਸੈਲਫ ਦ ਬੈਲ ਕੰਪਿਊਟਰ। ਕਈ ਮਹੀਨੇ ਲੱਗ ਗਏ ਕਿਉਂਕਿ ਉਸ ਤੋਂ ਬਾਅਦ ਮੈਂ ਸਕੂਲ ਜਾਣਾ ਸ਼ੁਰੂ ਕਰਤਾ। ਉਸ ਫਿਰ ਸ਼ਾਮ ਨੂੰ ਆ ਕੇ ਕੰਮ ਕਰਾਉਂਦਾ ਸੀ ਆਪਣੇ ਪੇਰੈਂਟਸ ਦੇ ਨਾਲ। ਬਟ ਇਵੈਂਚੁਅਲੀ ਫਾਈਨਲੀ ਕਹਿੰਦਾ ਮੈਂ ਬੈਲ ਕੰਪਿਊਟਰ ਖਰੀਦਣ ਦੇ ਲਈ ਕਾਫੀ ਸਾਰੇ ਪੈਸੇ ਸੇਵ ਕਰ ਲਏ। ਇਟ ਵਾਜ਼ ਅ ਵੀਕ ਬਿਫੋਰ ਮਾਈ ਬਰਥਡੇ। ਮੇਰਾ ਬਰਥਡੇ ਵੀ ਆਉਣ ਵਾਲਾ ਸੀ, 1 ਹਫ਼ਤਾ ਪਹਿਲਾਂ ਬਰਥਡੇ ਤੋਂ। ਆਈ ਵੈਂਟ ਟੂ ਦ ਬੈਲ ਸੈਂਟਰ ਟੂ ਪਲੇਸ ਐਨ ਆਰਡਰ।
मैं बैल कंप्यूटर्स ਦੇ ਸੈਂਟਰ ਗਿਆ ਆਰਡਰ ਦੇਣ ਦੇ ਲਈ। I knew it would take at least a week for the store to get it in. I knew it would take at least a week for the store to get it in case it was out of stock. ਮੈਨੂੰ ਪਤਾ ਸੀਗਾ ਕਿ ਜੇ ਕੰਪਿਊਟਰ ਆਊਟ ਆਫ ਸਟਾਕ ਹੋਇਆ ਬੇਟੇ ਦੁਕਾਨ ਦੇ ਉੱਪਰ ਖਤਮ ਹੋਇਆ, ਠੀਕ ਹੈ, ਤਾਂ 1 ਹਫ਼ਤਾ ਲੱਗ ਜਾਏਗਾ ਕੰਪਨੀ ਤੋਂ ਕੰਪਿਊਟਰ ਮੰਗਵਾਉਣ ਦੇ ਲਈ। ਔਰ ਮੈਂ ਚਾਹੁੰਦਾ ਸੀਗਾ ਕਿ ਆਪਣੇ ਬਰਥਡੇ ਦੇ ਉੱਪਰ ਮੈਂ ਕੰਪਿਊਟਰ ਲੈ ਲਵਾਂ। I walked in and went straight to the employee sitting behind the front desk to ask if the computer was available. ਮੈਂ ਅੰਦਰ ਗਿਆ, ਸਿੱਧਾ ਮੈਂ ਸਾਹਮਣੇ ਇੱਕ ਡੈਸਕ ਦੇ ਉੱਪਰ ਇੱਕ EMPLOYEE ਇੱਕ ਕਰਮਚਾਰੀ ਬੈਠਾ ਸੀ, ਉਹਦੇ ਕੋਲ ਗਿਆ ਪੁੱਛਣ ਦੇ ਲਈ ਕਿ ਕੀ ਕੰਪਿਊਟਰ ਹੈ। Oh, you don't need to buy that one. ਅਤੇ ਉਹਨੇ ਮੈਨੂੰ ਕਿਹਾ, ਕਹਿੰਦਾ ਨਹੀਂ ਤੂੰ ਇਹ ਨਾ ਖਰੀਦ, we have another one coming out soon. ਛੇਤੀ ਹੀ ਇੱਕ ਹੋਰ ਕੰਪਿਊਟਰ ਆ ਰਿਹਾ, it is even faster. ਇਹ ਉਸ ਤੋਂ ਵੀ ਤੇਜ਼ ਹੈਗਾ, has double the storage. ਔਰ ਜਿਹੜਾ ਕੰਪਿਊਟਰ ਤੂੰ ਚੂਜ਼ ਕਰ ਰਹੇ ਹੈ ਇਹਦੇ ਨਾਲੋਂ ਜਿਹੜਾ ਨੈਕਸਟ ਆ ਰਿਹਾ ਉਹਦੀ ਸਟੋਰੇਜ ਡਬਲ ਹੈਗੀ। I got excited for a bit before he told me how much it would cost. ਮੈਂ ਥੋੜ੍ਹਾ ਐਕਸਾਈਟਡ ਹੋ ਗਿਆ ਕਿ ਹਾਂ ਠੀਕ ਹੈ ਨਵਾਂ ਲਊਂਗਾ, ਜਿਹੜਾ ਨਵਾਂ ਵਰਜ਼ਨ ਆ ਰਿਹਾ। ਜਿੱਦਾਂ ਬੇਟੇ ਮੋਬਾਈਲਸ ਦਾ ਆਪਾਂ ਇੱਕ ਲੈ ਲੈਂਦੇ ਆਂਗੇ, ਠੀਕ ਹੈ, ਥੋੜ੍ਹੇ ਦਿਨਾਂ ਬਾਅਦ ਉਹਦਾ ਹੋਰ ਨਵਾਂ ਵਰਜ਼ਨ ਆ ਜਾਂਦਾ, ਉਹਦੇ ਵਿੱਚ ਜ਼ਿਆਦਾ ਹੋਰ ਹੈ ਨਾ ਫੰਕਸ਼ਨਸ ਆ ਜਾਂਦੇ ਨੇਗੇ, ਫਿਰ ਆਪਾਂ ਨੂੰ ਆਪਣਾ ਪੁਰਾਣਾ ਲੱਗਦਾ ਕਿ ਨਹੀਂ ਇਹ ਨਹੀਂ ਸੀ ਲੈਣਾ ਹੈਗਾ, ਹੋਰ ਲੈ ਲਈਏ। ਉੱਦਾਂ ਹੀ ਮੈਂ ਵੀ ਕਹਿੰਦਾ ਐਕਸਾਈਟਡ ਹੋ ਗਿਆ ਅਤੇ ਹੀ ਟੋਲਡ ਮੀ ਹਾਊ ਮਚ ਇਟ ਵੁੱਡ ਕੋਸਟ। ਅਤੇ ਫਿਰ ਉਹਨੇ ਮੈਨੂੰ ਕੀਮਤ ਦੱਸੀ ਇਹਦੀ, ਜਿਹੜਾ ਨਵਾਂ ਆਏਗਾ ਉਹਦੀ ਕੀ ਕੀਮਤ ਹੋਏਗੀ। I realized I would need another 2 months of doing chores to be able to afford it. ਅਤੇ ਮੈਂ ਰੀਅਲਾਈਜ਼ ਕੀਤਾ ਕਿ ਹੁਣ ਮੈਨੂੰ 2 ਮਹੀਨੇ ਹੋਰ ਕੰਮ ਕਰਨਾ ਪੈਣਾ ਹੈਗਾ ਤਾਂ ਕਿ ਮੈਂ ਇਹ ਕੰਪਿਊਟਰ ਨੂੰ ਲੈ ਸਕਾਂ। ਹੁਣ ਜਿਹੜਾ ਨੈਕਸਟ ਕੰਪਿਊਟਰ ਹੈਗਾ ਉਹਦੀ ਕੀਮਤ ਹੋਰ ਵੀ ਜ਼ਿਆਦਾ ਹੈਗੀ। ਦੈਟ ਇਜ਼ ਵੈਨ ਆਈ ਰੀਅਲਾਈਜ਼ਡ ਹਾਊ ਫਾਸਟ ਟੈਕਨੋਲੋਜੀ ਚੇਂਜਿਸ। ਫਿਰ ਮੈਨੂੰ ਰੀਅਲਾਈਜ਼ ਹੋਇਆ, ਫਿਰ ਮੈਨੂੰ ਮਹਿਸੂਸ ਹੋਇਆ ਕਿ ਟੈਕਨੋਲੋਜੀ ਜਿਹੜੀ ਹੈ, ਤਕਨੀਕ ਜਿਹੜੀ ਹੈ ਉਹ ਕਿੰਨੀ ਤੇਜ਼ੀ ਦੇ ਨਾਲ ਬਦਲਦੀ ਹੈ। No matter how good a machine is, ਕੋਈ ਫਰਕ ਨਹੀਂ ਪੈਂਦਾ ਕਿ ਕੋਈ ਮਸ਼ੀਨ ਕਿੰਨੀ ਵਧੀਆ ਹੀ ਕਿਉਂ ਨਾ ਹੋਵੇ, there will always be a better faster model in the market before you fully get used to the one you just got. ਤੁਸੀਂ ਹਾਲੇ ਜਿਹੜੀ ਚੀਜ਼ ਖਰੀਦੀ ਹੁੰਦੀ ਹੈ ਉਹਨੂੰ ਪ੍ਰੋਪਰਲੀ ਯੂਜ਼ ਕਰਨਾ ਵੀ ਨਹੀਂ ਸ਼ੁਰੂ ਕੀਤਾ ਹੁੰਦਾ, ਤੁਹਾਨੂੰ ਉਹਦੀ ਆਦਤ ਵੀ ਨਹੀਂ ਪਈ ਹੁੰਦੀ, ਜਦੋਂ ਉਸੇ ਮਸ਼ੀਨ ਦਾ ਇੱਕ ਉਸ ਤੋਂ ਵੀ ਬੈਟਰ ਅਤੇ ਫਾਸਟਰ ਮਾਡਲ ਮਾਰਕੀਟ ਦੇ ਵਿੱਚ ਆ ਜਾਂਦਾ ਹੈ। ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਬੇਟਾ ਮੋਬਾਈਲ ਦੀ, ਠੀਕ ਹੈ, ਇੱਥੇ ਹੁਣ ਕੰਪਿਊਟਰ ਦੀ ਗੱਲ ਕਰ ਰਹੇ ਹੈਗਾ। ਤਾਂ ਸਿੰਪਲ ਜਿਹੀ ਗੱਲ ਇਹ ਹੈਗੀ ਕਿ ਸਾਨੂੰ ਇਹ ਲੱਗਦਾ ਕਿ ਆਹ ਚੀਜ਼ ਲੈ ਲਈਏ, ਜਿੱਦਾਂ ਅੱਜ ਕੱਲ੍ਹ ਹੁਣ ਬੱਚਿਆਂ ਨੂੰ ਲੱਗਦਾ ਆਹ ਵਾਲਾ ਮੋਬਾਈਲ ਲੈ ਲਈਏ, ਆਹ ਵਾਲਾ ਲੈ ਲਈਏ, ਪਰ ਬੇਟੇ ਹਰ ਇੱਕ ਵੀਕ 5-4 ਦਿਨਾਂ ਬਾਅਦ ਉਸ ਤੋਂ ਵੀ ਅਗਲੀ ਟੈਕਨੋਲੋਜੀ ਦਾ ਆ ਜਾਂਦਾ ਹੈਗਾ। ਤਾਂ ਇਹਦਾ ਮਤਲਬ ਹੈ ਟੈਕਨੋਲੋਜੀ ਚੇਂਜਿਸ ਫਾਸਟਰ, ਠੀਕ ਹੈ। ਤਾਂ ਫਿਰ ਇੱਕ ਚੀਜ਼ ਜਦੋਂ ਲੈ ਲੈਂਦੇ ਹਾਂ ਫਿਰ ਉਹ ਲੱਗਦਾ ਕਿ ਨਹੀਂ ਇਹ ਨਹੀਂ ਸੀ ਲੈਣੀ, ਆਹ ਲੈਣੀ ਸੀ, ਉਹ ਲੈ ਲੈਂਦੇ ਹਾਂ, ਫਿਰ ਲੱਗਦਾ ਇਹ ਨਹੀਂ ਆਹ ਲੈ ਲਈਏ। ਤਾਂ ਇਹਦਾ ਮਤਲਬ ਦੇਅਰ ਇਜ਼ ਨੋ ਐਂਡ, ਅੰਤ ਕੋਈ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ। I decided that very moment not to buy the computer since I didn't want to spend my hard-earned money on something that would go down in value within no time. So this is the theme of the chapter ਬੇਟੇ। ਕਹਿੰਦਾ ਮੈਂ ਉਦੋਂ ਹੀ ਡਿਸਾਈਡ ਕੀਤਾ ਉਸੇ ਮੋਮੈਂਟ ਕਿ ਮੈਂ ਕੰਪਿਊਟਰ ਨਹੀਂ ਖਰੀਦਣਾ। ਕਿਉਂ? because I didn't want to spend my hard-earned money. ਮੈਂ ਇੰਨਾ ਔਖਾ ਹੋ ਕੇ ਪੈਸਾ ਕਮਾਇਆ ਹੈਗਾ ਅਤੇ ਉਹ ਪੈਸਾ ਮੈਂ ਉਸ ਚੀਜ਼ ਦੇ ਉੱਪਰ ਲਾ ਦੇਵਾਂ ਜਿਹਦੀ ਵੈਲਿਊ ਥੋੜ੍ਹੇ ਦਿਨਾਂ ਦੇ ਵਿੱਚ ਘੱਟ ਜਾਣੀ ਹੈ। ਕਿਉਂ? ਉਸ ਤੋਂ ਵੀ ਜ਼ਿਆਦਾ ਕੀਮਤ ਦਾ, ਉਸ ਤੋਂ ਵੀ ਜ਼ਿਆਦਾ ਹਾਈਟੈਕ ਹੋਰ ਮਾਡਲ ਬਾਜ਼ਾਰ ਦੇ ਵਿੱਚ ਆ ਜਾਣਾ ਹੈਗਾ। ਤਾਂ ਇਹਦਾ ਮਤਲਬ ਜਿਹੜੀ ਚੀਜ਼ ਮੈਂ ਖਰੀਦੀ ਹੈਗੀ ਉਹਦੀ ਵੈਲਿਊ ਘੱਟ ਜਾਏਗੀ। I ended up investing all of it in a savings account. ਔਰ ਫਾਈਨਲੀ ਮੈਂ ਕੀ ਕੀਤਾ, ਸਾਰੇ ਦੇ ਸਾਰੇ ਪੈਸੇ ਜੋ ਮੈਂ ਆਪਣੇ ਕਮਾਏ ਸੀ ਸੇਵਿੰਗਸ ਅਕਾਊਂਟ ਦੇ ਵਿੱਚ ਪਾ ਦਿੱਤੇ। ਦਿਸ ਇਜ਼ ਹਾਊ ਆਈ ਲਰਨਡ ਦਾ ਵੈਲਿਊ ਆਫ ਮਨੀ। ਤਾਂ ਮਤਲਬ ਕੀ ਹੈ, ਮੈਂ ਉਹ ਪੈਸੇ ਸਾਰੇ ਬੈਂਕ ਦੇ ਵਿੱਚ ਜਮ੍ਹਾਂ ਕਰਾਏ ਜਿੱਥੇ ਮੈਨੂੰ ਪਤਾ ਸੀਗਾ ਕਿ ਇਹ ਵਧਣਗੇ ਘਟਣਗੇ ਨਹੀਂ। ਜੇ ਉਹ ਕੰਪਿਊਟਰ 'ਤੇ ਲਾ ਦਿੰਦਾ ਬੇਟੇ ਉਸ ਤੋਂ ਬਾਅਦ ਹੋਰ ਨਵਾਂ ਕੰਪਿਊਟਰ, ਫਿਰ ਉਹ ਉਹਦੇ ਲਈ ਭੱਜਦਾ ਹੁਣ ਮੈਂ ਆਹ ਲੈ ਲਵਾਂ। ਸੋ ਆਈ ਲਰਨਡ ਦਾ ਵੈਲਿਊ ਆਫ ਮਨੀ। ਇੱਦਾਂ ਮੈਨੂੰ ਸਮਝ ਆਈ ਕਿ ਪੈਸਿਆਂ ਦੀ ਕਦਰ ਕਿੱਦਾਂ ਕਰੀਦੀ ਹੈ। ਸੋ ਦਿਸ ਇਜ਼ ਦ ਐਂਡ ਆਫ ਯੂਅਰ ਸਟੋਰੀ ਬੇਟੇ। ਥੈਂਕ ਯੂ।